1978 ਵਿੱਚ ਅੰਮ੍ਰਿਤਸਰ ਵਿਖੇ ਹੋਏ ਨਿਰੰਕਾਰੀ ਸਮਾਗਮ ਦੇ ਸਮੇਂ ਅਖੰਡ ਕੀਰਤਨੀ ਜੱਥੇ ਦੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹ ਅਵਤਾਰ ਬਾਣੀ ਵਿੱਚ ਕਹੇ ਗਏ ਅਪਮਾਨਜਨਕ ਸ਼ਬਦਾਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਲਈ ਸ਼ਬਦ ਕੀਰਤਨ ਕਰਦੇ ਨਿਰੰਕਾਰੀ ਸਮਾਗਮ ਵੱਲ ਜਾ ਰਹੇ ਸਨ। ਉਸੇ ਸਾਲ ਦਿੱਲੀ ਵਿੱਚ ਨਿਰੰਕਾਰੀ ਬਾਬੇ ਗੁਰਬਚਨ ਸਿੰਘ ਦਾ ਕਤਲ ਹੋ ਗਿਆ। ਕੁਝ ਚਿਰ ਮਗਰੋਂ ਹਿੰਦ ਸਮਾਚਾਰ ਸਮੂਹ ਦੇ ਪ੍ਰਮੁੱਖ ਪੱਤਰਕਾਰ ਲਾਲਾ ਜਗਤ ਨਾਰਾਇਣ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ। ਲਾਲਾ ਜਗਤ ਨਾਰਾਇਣ ਦੇ ਕਤਲ ਦੇ ਸੰਬੰਧ ਵਿੱਚ ਪਹਿਲਾਂ ਸੰਤ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਅਕਾਲੀ ਦਲ ਦੇ ਜ਼ੋਰ ਦੇਣ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ। ਇੱਕ ਪਾਸੇ ਪੰਜਾਬ ਕਾਂਗਰਸ ਅਤੇ ਗਿਆਨੀ ਜ਼ੈਲ ਸਿੰਘ ਦਰਬਾਰਾ ਸਿੰਘ ਵਿੱਚ ਪਈ ਆਪਸੀ ਫੁੱਟ ਹਾਲਾਤ ਨੂੰ ਖਰਾਬ ਕਰ ਰਹੀ ਸੀ ਤੇ ਦੂਜੇ ਪਾਸੇ ਅਕਾਲੀ ਦਲ ਦੇ ਮੁਕਾਬਲੇ ਤੇ ਪੰਜਾਬ ਵਿੱਚ ਇੱਕ ਨਵੀਂ ਸ਼ਕਤੀ ਉੱਭਰ ਕੇ ਸਾਹਮਣੇ ਆ ਰਹੀ ਸੀ, ਜਿਸ ਨੇ ਆਪਣੇ ਨਿਰਪੈ ਸਰੂਪ ਤੇ ਪ੍ਰਭਾਵਸ਼ਾਲੀ ਪ੍ਰਚਾਰ ਸਦਕਾ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਨਵੇਂ ਸੱਚੇ ਵਿੱਚ ਢਾਲਣਾ ਸ਼ੁਰੂ ਕਰ ਦਿੱਤਾ ਸੀ। ਭਿੰਡਰਾਂਵਾਲੇ ਦਾ ਜਨਮ ਸਨ 1947 ਵਿੱਚ ਹੋਇਆ। ਉਹ ਬਾਬਾ ਜੋਗਿੰਦਰ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ। ਉਸਨੇ ਪਿੰਡ ਦੇ ਸਕੂਲ ਵਿੱਚ 5ਵੀਂ ਤੱਕ ਪੜ੍ਹਾਈ ਕੀਤੀ। ਮਗਰੋਂ ਉਹ ਚੌਕ ਮਹਿਤਾ ਚਲੇ ਗਏ ਤੇ ਇੱਥੇ ਹੀ ਸੰਤ ਕਰਤਾਰ ਸਿੰਘ ਜੀ ਦੇ ਦੇਹਾਂਤ ਮਗਰੋਂ ਉਹਨਾਂ ਦੇ ਜਾਨਸ਼ੀਨ ਥਾਪੇ ਗਏ। ਭਿੰਡਰਾਂਵਾਲੇ ਦਾ ਮੁੱਖ ਨਿਸ਼ਾਨਾ ਨੌਜਵਾਨਾਂ ਵਿੱਚ ਵੱਧ ਰਹੀ ਨਸ਼ੇ ਦੀ ਪ੍ਰਵਿਰਤੀ ਨੂੰ ਰੋਕਣਾ, ਅੰਮ੍ਰਿਤਪਾਨ ਕਰਾ ਕੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦੇਣੀ ਅਤੇ ਜਿਨ੍ਹਾਂ ਵਿਰੁੱਧ ਸਿਆਸੀ, ਸੱਭਿਆਚਾਰਕ ਜਾਂ ਧਾਰਮਿਕ ਅਨਿਆਂ ਹੋ ਰਿਹਾ ਸੀ ਉਹਨਾਂ ਨੂੰ ਇਨਸਾਫ ਦਿਲਾਣਾ ਸੀ। ਤੇ ਮੇਰਾ ਆਪਦਾ ਕੰਮ ਹੈ ਅੰਮ੍ਰਿਤ ਛਕਾਉਣਾ, ਗੁਰੂ ਕੀ ਬਾਣੀ ਦੇ ਅਰਥ ਕਰਨੇ, ਨਾਲ ਦੇ ਨੂੰ ਗੁਰਬਾਣੀ ਪੜਾਉਣੀ। ਆਪ ਜਿੰਨੀ ਮੇਥੋਂ ਪੜ੍ਹੀ ਜਾਵੇ ਮੈਂ ਪੜ੍ਹਦਾ, ਸਤਿਗੁਰੂ ਜੀ ਨੇ ਕਿਰਪਾ ਕਰਕੇ ਪੜਾਉਂਦੇ ਆ। ਇਹ ਮੈਂ ਨਹੀਂ ਕਹਿ ਸਕਦਾ ਮੈਂ ਕਿੰਨੀ ਕੁ ਪੜ੍ਹਦਾ। ਸੋ ਹਿੰਦੂ ਪੱਕਾ ਹਿੰਦੂ ਬਣੇ, ਮੁਸਲਮਾਨ ਪੱਕਾ ਮੁਸਲਮਾਨ ਬਣੇ, ਸਿੱਖ ਪੱਕਾ ਸਿੱਖ ਬਣੇ। ਸਮੂਹ ਪ੍ਰਾਣੀਆਂ ਦੇ ਨਸ਼ੇ ਛਡਾਉਣੇ। ਧੀ ਭੈਣ ਦੀ ਜਿਨ੍ਹਾਂ ਨੇ ਇੱਜ਼ਤ ਲੁੱਟੀ ਹੈ, ਸਰੂਪਾਂ ਨੂੰ ਅੱਗਾ ਲਾਈਆਂ, ਧਾਰਮਿਕ ਸਥਾਨਾਂ ਦੀ ਬੇਅਦਬੀ ਕੀਤੀ ਹੈ, ਮਾਸੂਮਾਂ ਦਾ ਖੂਨ ਪੀਤਾ, ਉਹਨਾਂ ਤੋਂ ਹੱਕ ਲੈਣ ਦੀ ਇੱਛ ਰਹਿਣਾ ਅਤੇ ਹੱਕ ਲੈਣ ਦੀ ਪ੍ਰੇਰਣਾ ਕਰਨੀ, ਇਹ ਮੇਰਾ ਕੰਮ ਹੈ। I think he was a rustic preacher. He did a lot of good to start with. He brought a whole lot of young generation to give up smoking, drinking, taking opium, and therefore he had this enormous following after him. I think that he was a deeply religious man, but he was not a very educated man. So he understood only the superficial aspects of Sikhism. He didn't understand really the message of humanity, which is the basis of this religion, the message of equality, the message of progress. He didn't understand any of those things. ਉਹਨਾਂ ਦਾ ਕਹਿਣਾ ਸੀ ਕਿ ਉਹ ਕਿਸੇ ਨਿਹੱਥੇ ਜਾਂ ਨਿਰਦੋਸ਼ ਤੇ ਵਾਰ ਕਰਦੇ ਨਹੀਂ, ਪਰ ਜ਼ੁਲਮ ਕਰਨ ਵਾਲੇ ਨੂੰ ਉਹ ਬਖਸ਼ਣਗੇ ਵੀ ਨਹੀਂ। ਨਿਰਦੋਸ਼ੇ ਤੇ ਵਾਰ ਕਰਦਾ ਨਹੀਂ ਤੇ ਸ਼ਹੀਦਾਂ ਨੇ ਕਾਤਲ ਨਾਲ ਲਿਹਾਜ਼ ਮੇਥੋਂ ਹੋਣਾ ਨਹੀਂ। ਸੰਤ ਭਿੰਡਰਾਂਵਾਲੇ ਜਿੱਥੇ ਵੀ ਪ੍ਰਚਾਰ ਕਰਨ ਜਾਂਦੇ, ਸ਼ਸਤਰਧਾਰੀ ਨੌਜਵਾਨ ਉਹਨਾਂ ਦੇ ਨਾਲ ਹੁੰਦੇ। ਉਹਨਾਂ ਨੇ ਕਈ ਵਾਰ ਆਪਣੇ ਲੈਕਚਰਾਂ ਵਿੱਚ ਕਿਹਾ ਸੀ, ਹਿੰਦੁਸਤਾਨ ਜਦੋਂ ਦਾ ਆਜ਼ਾਦ ਹੋਇਆ, ਸਿੱਖ ਉਦੋਂ ਦਾ ਗੁਲਾਮ ਹੈ। ਖਾਸ ਕਰਕੇ ਗੁਲਾਮੀ ਦੀਆਂ ਘਟਨਾਵਾਂ ਜੋ ਹਿੰਦੁਸਤਾਨ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਵਿੱਚ ਵਾਪਰ ਰਹੀਆਂ, ਇਹ ਪ੍ਰਤੱਖ ਮਿਸਾਲ ਹੈ ਸਾਰਿਆਂ ਦੇ ਸਾਹਮਣੇ। ਇਹਨਾਂ ਦਿਨਾਂ ਵਿੱਚ ਹੀ ਦਿੱਲੀ ਵਿੱਚ 1982 ਦੀਆਂ ਏਸ਼ੀਆਈ ਖੇਡਾਂ ਹੋਣ ਵਾਲੀਆਂ ਸਨ। ਸਿੱਖ ਕਾਲੀਆਂ ਪੱਗਾਂ ਬੰਨ੍ਹ ਕੇ ਜਾਂ ਕਾਲੀਆਂ ਝੰਡੀਆਂ ਲੈ ਕੇ ਇਸ ਮੌਕੇ ਤੇ ਰੋਸ਼ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਸਨ ਤਾਂ ਜੋ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਬਜਾਏ ਇਸ ਦੇ ਕਿ ਉਹਨਾਂ ਨੂੰ ਆਪਣਾ ਇਹ ਸੰਵਿਧਾਨਿਕ ਅਧਿਕਾਰ ਵਰਤਣ ਦੀ ਆਗਿਆ ਦਿੱਤੀ ਜਾਂਦੀ, ਸਰਕਾਰ ਨੇ ਪੰਜਾਬ, ਹਰਿਆਣਾ ਜਾਂ ਹੋਰ ਪ੍ਰਾਂਤਾਂ ਤੋਂ ਦਿੱਲੀ ਆਉਣ ਵਾਲੇ ਸਿੱਖ ਜੱਥਿਆਂ ਤੇ ਪਾਬੰਦੀ ਲਗਾ ਦਿੱਤੀ। ਏਸ਼ੀਆਡ ਦੇ ਵਿੱਚ ਹਿੰਦੁਸਤਾਨ ਦੀ ਰਾਜਧਾਨੀ ਵਿੱਚ ਖੇਡ ਹੋਏ, ਉੱਥੇ ਸਿੱਖ ਨਹੀਂ ਆ ਸਕਦਾ ਸੀ, ਸਿੱਖ ਜਾ ਨਹੀਂ ਸਕਦਾ ਸੀ ਔਰ ਸਿੱਖਾਂ ਨੂੰ ਉਸ ਵਕਤ ਗ੍ਰਿਫਤਾਰ ਕੀਤਾ ਗਿਆ। ਉਸ ਗ੍ਰਿਫਤਾਰੀ ਵਿੱਚ ਸਿਰਫ ਸਿੱਖ ਅਕਾਲੀ ਲੀਡਰ ਹੀ ਨਹੀਂ ਕੀਤੇ ਗਏ, ਜੋ ਵੀ ਸਿੱਖ ਨਜ਼ਰ ਆਇਆ ਹਰਿਆਣਾ ਬਾਰਡਰ ਤੋਂ, ਭਾਵੇਂ ਉਹ ਜਰਨਲ ਸੀ, ਭਾਵੇਂ ਉਹ ਮਿਲਟਰੀ ਦਾ ਸੀ,
ਭਾਵੇਂ ਉਹ ਸਿਵਲੀਅਨ ਸੀ, ਕਿਸੇ ਉਸਦੇ ਨਾਲ ਕਿਸੇ ਦਾ ਪੋਲੀਟੀਕਲ ਤਾਲੁਕ ਸੀ ਕਿ ਨਹੀਂ ਸੀ, ਸਿੱਖ ਹੋਣਾ ਹੀ ਉਹਦਾ ਗੁਨਾਹ ਸੀ। ਏਸ਼ੀਆਈ ਖੇਡਾਂ ਦੇ ਦੌਰਾਨ ਭਜਨ ਲਾਲ ਸਰਕਾਰ ਨੇ ਹਰਿਆਣੇ ਵਿੱਚ ਸਿੱਖਾਂ ਉੱਤੇ ਬੜੇ ਜ਼ੁਲਮ ਕੀਤੇ, ਜਿਸ ਨੇ ਸਮੁੱਚੇ ਸਿੱਖ ਭਾਈਚਾਰੇ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਇਸ ਆਜ਼ਾਦ ਭਾਰਤ ਵਿੱਚ ਉਹ ਕਿਹੜਾ ਹਿੱਸਾ ਹੈ ਜਿੱਥੇ ਸਿੱਖ ਅਨੁਭਵ ਕਰਦਾ ਮੈਂ ਆਜ਼ਾਦ ਹਾਂ। ਸਾਨੂੰ ਜਵਾਬ ਦਿਓ ਇਸ ਗੱਲ ਦਾ। ਜੋ ਸੀਸਗੰਜ ਵਿੱਚ ਵਾਅਦਾ ਕੀਤਾ, ਬੰਬਈ ਵਾਅਦਾ ਕੀਤਾ, ਉਸ ਵਾਅਦੇ ਨੂੰ ਸਾਹਮਣੇ ਰੱਖਦਿਆਂ ਦਿੱਲੀ ਦੇ ਤਖਤ ਤੇ ਜੋ ਬੈਠੇ ਨੇ ਉਹ ਸਾਨੂੰ ਦੱਸਣ ਹਿੰਦੁਸਤਾਨ ਦੇ ਕਿਹੜੇ ਹਿੱਸੇ ਵਿੱਚ ਸਿੱਖ ਅਨੁਭਵ ਕਰਦਾ ਮੈਂ ਆਜ਼ਾਦ ਹਾਂ। ਸਿੱਖ ਨੇ ਇਹ ਤੋਂ ਉਲਟ ਅਹਿਸਾਸ ਕੀਤਾ ਹੈ ਔਰ ਇਸ ਤਰ੍ਹਾਂ ਅਹਿਸਾਸ ਕਰਾ ਦਿੱਤਾ ਸਿੱਖ ਨੂੰ, ਤੂੰ ਗੁਲਾਮ ਹੈ, ਤੂੰ 2 ਨੰਬਰ ਦਾ ਸ਼ਹਿਰੀ ਹੈ। ਖੇਡਾਂ ਖਤਮ ਹੋ ਗਈਆਂ, ਪਰ ਪੰਜਾਬ ਵਿੱਚ ਤਣਾਅ ਵਧਣਾ ਸ਼ੁਰੂ ਹੋ ਗਿਆ। ਇਸ ਤਣਾਅ ਨੂੰ ਵਧਾਉਣ ਵਿੱਚ ਜਲੰਧਰ ਤੇ ਦਿੱਲੀ ਤੋਂ ਪ੍ਰਕਾਸ਼ਿਤ ਹੋਣ ਵਾਲੇ ਕਈ ਅਖਬਾਰਾਂ ਨੇ ਬੜੀ ਮਾੜੀ ਭੂਮਿਕਾ ਅਦਾ ਕੀਤੀ। ਉਹਨਾਂ ਨੂੰ ਇੱਕ ਬੈਨੀਫਿਟ ਹੈ ਕਿ ਉਹ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਕਿਤਨੀ ਵੀ ਜ਼ਹਿਰ ਕਿਉਂ ਨਾ ਉਗਲਣ, ਕਿਉਂਕਿ ਉਹ ਬਾਈ ਫੇਸ ਹਿੰਦੂ ਨੇ, ਪਾਰਟ ਐਂਡ ਪਾਰਸਲ ਆਫ ਦਾ ਮੈਜੋਰਿਟੀ ਕਮਿਊਨਿਟੀ ਨੇ। ਇਸ ਲਈ ਹਿੰਦੁਸਤਾਨ ਦੀ ਐਡਮਿਨਿਸਟ੍ਰੇਸ਼ਨ 'ਚ ਕਮਿਊਨਲਿਜ਼ਮ ਜਿਹੜਾ ਹੈ ਉਹ ਵੀ ਐਡਮਿਨਿਸਟ੍ਰੇਸ਼ਨ 'ਚ ਹਾਵੀ ਹੋ ਚੁੱਕਿਆ। ਪੰਜਾਬ ਵਿੱਚ ਹੋਣ ਵਾਲੇ ਹਰ ਕਤਲ ਨੂੰ ਦਹਿਸ਼ਤਗਰਦੀ ਨਾਲ ਜੋੜਿਆ ਗਿਆ ਤੇ ਪੁਲਿਸ ਹੱਥੋਂ ਮਰਨ ਵਾਲੇ ਹਰ ਨੌਜਵਾਨ ਨੂੰ ਦਹਿਸ਼ਤਗਰਦ ਕਹਿ ਕੇ ਦੇਸ਼ ਵਿੱਚ ਸਿੱਖਾਂ ਵਿਰੁੱਧ ਨਫ਼ਰਤ ਦਾ ਵਾਤਾਵਰਣ ਹੋਰ ਤਿੱਖਾ ਕਰ ਦਿੱਤਾ ਗਿਆ। ਅਕਾਲੀ ਦਲ ਨੇ ਸਰਕਾਰ ਕੋਲ ਆਪਣੀਆਂ ਮੰਗਾਂ ਦਾ ਚਾਰਟਰ ਪੇਸ਼ ਕੀਤਾ। ਇਨ੍ਹਾਂ ਵਿੱਚ ਪ੍ਰਮੁੱਖ ਮੰਗਾਂ ਉਹੀ ਸਨ ਜਿਨ੍ਹਾਂ ਦਾ ਉਲੇਖ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਨਾਲ ਉਹਨਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਹੋਲੀ ਸਿਟੀ ਘੋਸ਼ਿਤ ਕਰਨ ਤੇ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਕੀਰਤਨ ਪ੍ਰਸਾਰਿਤ ਕਰਨ ਲਈ ਦਰਬਾਰ ਸਾਹਿਬ ਕੰਪਲੈਕਸ ਵਿੱਚ ਰੇਡੀਓ ਟਰਾਂਸਮਿਟਰ ਲਗਾਉਣ ਦੀ ਵੀ ਮੰਗ ਪੇਸ਼ ਕੀਤੀ। ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਪੰਜਾਬ ਦੇ ਪ੍ਰਮੁੱਖ ਅਕਾਲੀ ਨੇਤਾ ਕਈ ਵਾਰ ਸ਼੍ਰੀਮਤੀ ਇੰਦਰਾ ਗਾਂਧੀ ਤੇ ਬੂਟਾ ਸਿੰਘ ਨੂੰ ਮਿਲੇ। ਕਿਹਾ ਜਾਂਦਾ ਹੈ ਕਿ ਸ਼੍ਰੀਮਤੀ ਗਾਂਧੀ ਨੇ ਬਹੁਤ ਸਾਰੀਆਂ ਮੰਗਾਂ ਨੂੰ ਪ੍ਰਵਾਨ ਵੀ ਕਰ ਲਿਆ ਸੀ, ਪਰ ਇਸ ਤੋਂ ਪਹਿਲਾਂ ਕਿ ਇਹਨਾਂ ਮੰਗਾਂ ਬਾਰੇ ਕੋਈ ਵੀ ਅੰਤਿਮ ਨਿਰਣੈ ਲਿਆ ਜਾਂਦਾ, ਸ਼੍ਰੀਮਤੀ ਗਾਂਧੀ ਨੇ ਆਪਣਾ ਮਨ ਬਦਲ ਲਿਆ ਤੇ ਅਕਾਲੀ ਨੇਤਾ ਨਿਰਾਸ਼ ਹੋ ਕੇ ਪੰਜਾਬ ਵਾਪਸ ਪਰਤ ਆਏ। To our great disappointment, issues could not be clinched. Whenever a settlement seemed in sight, they came up with fresh demands or hardened their attitude on matters earlier agreed on. ਸਾਡੀ ਕਿੰਨੀ ਵੀ ਜਾਇਜ਼ ਗੱਲ ਹੋਵੇ, ਕਿੰਨੀ ਵੀ ਕੋਈ ਕਮਿਟਮੈਂਟ ਹੋਵੇ, ਕੋਈ ਫੈਸਲਾ ਹੋਵੇ, ਸਾਨੂੰ ਉਸ ਵਿੱਚ ਇਨਸਾਫ ਨਹੀਂ ਮਿਲਿਆ। ਜੇ ਸਾਡੇ ਨਾਲ ਕੋਈ ਵਾਅਦਾ ਹੋ ਗਿਆ ਤਾਂ ਉਸ ਤੇ ਕੋਈ ਸਰਕਾਰ ਪੂਰਾ ਨਾ ਉਤਰੀ। ਹੁਣ ਸੰਤ ਪਿੰਡਰਾਂ ਵਾਲੇ ਤੇ ਉਹਨਾਂ ਦੇ ਸਮਰਥਕਾਂ ਨੂੰ ਇਹ ਕਹਿਣ ਦਾ ਅਵਸਰ ਮਿਲ ਗਿਆ ਕਿ ਸਿੱਖਾਂ ਨੂੰ ਦਿੱਲੀ ਦੀ ਸਰਕਾਰ ਪਾਸੋਂ ਕਿਸੇ ਵੀ ਤਰ੍ਹਾਂ ਦਾ ਇਨਸਾਫ ਮਿਲਣ ਦੀ ਆਸ ਨਹੀਂ ਰੱਖਣੀ ਚਾਹੀਦੀ। ਇਨ੍ਹਾਂ ਦਿਨਾਂ ਵਿੱਚ ਸੰਤ ਪਿੰਡਰਾਂ ਵਾਲੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਗੁਰੂ ਨਾਨਕ ਨਿਵਾਸ ਵਿੱਚ ਠਹਿਰੇ ਹੋਏ ਸਨ। ਸਰਕਾਰ ਨੇ ਉਹਨਾਂ ਨੂੰ ਉਦੋਂ ਕਿਉਂ ਗ੍ਰਿਫਤਾਰ ਨਹੀਂ ਕੀਤਾ, ਇਸ ਬਾਰੇ ਹੁਣ ਕੁਝ ਵੀ ਕਹਿ ਸਕਣਾ ਸੰਭਵ ਨਹੀਂ। ਕਈਆਂ ਦਾ ਕਹਿਣਾ ਸੀ ਕਿ ਉਹ ਕਾਂਗਰਸ ਸਰਕਾਰ ਨਾਲ ਮਿਲੇ ਹੋਏ ਸਨ ਤੇ ਕਾਂਗਰਸ ਨੇ ਹੀ ਉਹਨਾਂ ਨੂੰ ਮੋਡਰੇਟ ਅਕਾਲੀਆਂ ਦੇ ਮੁਕਾਬਲੇ ਤੇ ਖੜਾ ਕੀਤਾ ਸੀ। Pindranwala was brought into politics by the Congress side to weaken the Akalis. And Akalis also tried to use Pindranwala in order to get a better bargain. So both Congress side and then the Akalis were trying to play Pindranwala card with an eye on their short-term political gains. You see, actually the Congress started the game, but the Akalis thought that by propping up Pindranwala, they will be able to overawe the Congress and get their demands fulfilled. They had launched a Dharm Yudh Morcha with 45 demands and all that, which they at one stage reduced to 15. While the Congress thought that by putting up Pindranwala against the Akalis, they are making Akalis irrelevant. ਮੈਂ ਤੁਹਾਡੇ ਨਾਲ ਮੰਨਣਾ ਕਿ ਇੱਕ ਵਕਤ ਐਸਾ ਸੀਗਾ ਜਦੋਂ ਭਿੰਡਰਾਂਵਾਲੇ ਨੂੰ ਕਾਂਗਰਸ ਨੇ ਸਪੋਰਟ ਦਿੱਤੀ ਸੀ, ਲੇਕਿਨ ਉਹ ਬੜੇ ਇਨੀਸ਼ੀਅਲ ਸਟੇਜ ਤੇ ਕੋਈ ਨਵੀਂ ਪਾਰਟੀ ਪੈਦਾ ਕੀਤੀ। ਪਾਰਟੀ ਹਰ ਕੋਈ ਪੈਦਾ ਕਰਦਾ ਔਰ ਇਹ ਪੋਲਿਟਿਕਸ ਹੁੰਦੀ ਹੁੰਦਾ ਹੈ, ਲੇਕਿਨ ਜਿਹੜੀ ਨੂੰ ਤਾਕਤ ਦਿੱਤੀ ਐਜ਼ ਐਕਸਟ੍ਰੀਮਿਸਟ, ਐਜ਼ ਮਿਲੀਟੈਂਟ, ਉਹ ਅਕਾਲੀਆਂ ਨੇ ਆਪ ਦਿੱਤੀ। ਕਿ ਮੇਰੀਆਂ ਬੱਸਾਂ ਫੜਨ ਮੈਂ ਤਾਂ ਵੀ ਕਾਂਗਰਸੀ, ਲਾਇਸੈਂਸ ਮੇਰੇ ਕੈਂਸਲ ਹੋਣ ਮੈਂ ਤਾਂ ਵੀ ਕਾਂਗਰਸੀ, ਨਾਲ ਦੇ ਸਿੰਘ ਸ਼ਹੀਦ ਹੋ ਜਾਣ ਮੈਂ ਤਾਂ ਵੀ ਕਾਂਗਰਸੀ,
ਕਿ ਜੇ ਸਿੰਘਾਂ ਤੇ ਕੁੱਟ ਪਵੇ ਮੈਂ ਤਾਂ ਵੀ ਕਾਂਗਰਸੀ, ਜੇ ਸਿੰਘਾਂ ਦਾ ਇਤਨਾ ਨੁਕਸਾਨ ਹੋਵੇ, ਵਿਦਿਆਰਥੀ ਮੇਰੇ ਨਾਲ ਦੇ ਪੁੱਠੇ ਫੜ ਕੇ ਲਟਕਾਏ ਜਾਣ ਮੈਂ ਤਾਂ ਵੀ ਕਾਂਗਰਸੀ, ਇਹਨਾਂ ਦੇ ਲਾਇਸੈਂਸ ਬਣ ਤਾਂ ਵੀ ਅਕਾਲੀ, ਇਹਨਾਂ ਕੋਲ ਕਾਤਲ ਚਾਹ ਪੀਣ ਤਾਂ ਵੀ ਅਕਾਲੀ, ਇਹ ਕਾਤਲਾਂ ਨੂੰ ਜੱਫੀਆਂ ਪਾਉਣ ਤਾਂ ਵੀ ਅਕਾਲੀ, ਇਹ ਸਾਰੇ ਦੇ ਸਾਰੇ ਕਾਂਗਰਸੀਆਂ ਦੇ ਘਰ ਰੋਟੀ ਖਾ ਲੈਣ ਤੇ ਤਾਂ ਵੀ ਅਕਾਲੀ। ਤੇ ਮੈਂ ਅਕਾਲ ਤਖਤ ਸਾਹਿਬ ਤੇ ਬੈਠ ਕੇ ਇੰਟਰਵਿਊ ਦੇ ਰਿਹਾ, ਭਰ ਰਿਹਾ। ਸੋ ਮੈਂ ਪਰ ਇਹ ਨਿਸ਼ਚੇ ਨਾਲ ਕਹਿਣ ਨੂੰ ਤਿਆਰ ਹੈ ਕਿ 8 ਸਾਲਾਂ ਵਿੱਚ 8ਵਾਂ ਸਾਲ ਮੈਨੂੰ ਹੈ ਦਸਤਾਰਬੰਦੀ ਹੋਈ ਨੂੰ, 8 ਸਾਲਾਂ ਵਿੱਚ ਕਿਸੇ ਕਾਂਗਰਸੀ ਐਮਐਲਏ ਦੇ ਘਰੋਂ, ਕਿਸੇ ਅਕਾਲੀ ਐਮਐਲਏ ਦੇ ਘਰੋਂ, ਕਿਸੇ ਕਾਮਰੇਡ ਐਮਐਲਏ ਦੇ ਘਰੋਂ, ਕਿਸੇ ਸੋਸ਼ਲਿਸਟ ਐਮਐਲਏ ਦੇ ਘਰੋਂ ਦਾਸ ਨੂੰ ਕਿਸੇ ਨੇ ਫਿੱਕੇ ਪਾਣੀ ਦੀ ਵੀ ਘੁੱਟ ਇੱਕ ਪੀਂਦਿਆਂ ਹੋਇਆ ਮੈਨੂੰ ਕਿਸੇ ਨੇ ਵੇਖਿਆ ਜਾਂ ਫੜਿਆ ਤੇ ਮੈਂ ਆਪਣੇ ਸਿਰ ਵਡਵਾਉਣ ਨੂੰ ਤਿਆਰ ਹਾਂ। ਹਾਂ, ਜਨਤਾ ਦੇ ਘਰੋਂ ਚਾਹੇ ਕੋਈ ਕਾਂਗਰਸੀ ਹੈ ਚਾਹੇ ਅਕਾਲੀ ਹੈ, ਉਹ ਮੈਂ ਲੰਗਰ ਛਕਦਾ, ਕਿਉਂਕਿ ਮੇਰੇ ਕੋਲ ਜਿਹੜਾ ਆਇਆ ਮੈਂ ਉਹਨੂੰ ਅੰਮ੍ਰਿਤ ਛਕਾਉਣਾ ਤੇ ਗੁਰੂ ਦੇ ਲੜ ਲਾਉਣਾ, ਇਹ ਮੇਰਾ ਕੰਮ ਹੈ। ਜਦੋਂ ਪਿੰਡਰਾਂ ਵਾਲੇ ਆਪਣੇ ਅਨੁਆਈਆਂ ਸਹਿਤ ਅਕਾਲ ਤਖਤ ਦੇ ਸਥਾਨ ਤੇ ਚਲੇ ਗਏ ਤਾਂ ਸਰਕਾਰ ਨਾਲ ਹੋਣ ਵਾਲੇ ਕਿਸੇ ਸੰਭਾਵਿਤ ਟਕਰਾਓ ਨੂੰ ਮੁੱਖ ਰੱਖਦੇ ਹੋਏ ਦਰਬਾਰ ਸਾਹਿਬ ਦੇ ਆਸ-ਪਾਸ ਮੋਰਚੇਬੰਦੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਕੋਲ ਇਤਨੀ ਮਾਤਰਾ ਵਿੱਚ ਹਥਿਆਰ ਕਿਵੇਂ ਪਹੁੰਚੇ, ਇਹ ਵੀ ਇੱਕ ਬੜਾ ਵੱਡਾ ਪ੍ਰਸ਼ਨ ਹੈ। You know, you may not believe this, but till the end of December 83, there were hardly any arms in the temple. Hardly any. Then they started to get arms in, but as the government in Delhi, in fact you should interview some of those people, knows fully well that there were these car seva trucks going in, one of which was stopped in January 84. It was filled with weapons. And the police stopped it and rang Delhi. And Delhi said, let it go in. Now, who allowed that truck to go in? So the arming, I personally think, was part of the game. You know, that they actually wanted this kind of, great Asian games of the Golden Temple to win them the next election. You know, so they allowed that to happen. ਪੰਜਾਬ ਵਿੱਚ ਵਧੇ ਹੋਏ ਤਣਾਅ ਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋ ਰਹੀ ਮੋਰਚੇਬੰਦੀ ਨੂੰ ਅਖਬਾਰਾਂ ਤੇ ਕੇਂਦਰ ਦੀ ਸਰਕਾਰ ਨੇ ਰੱਜ ਕੇ ਉਛਾਲਿਆ। ਸਰਕਾਰੀ ਨਿਯੰਤਰਣ ਥੱਲੇ ਕੰਮ ਕਰਨ ਵਾਲੇ ਮੀਡੀਆ ਤੋਂ ਦਿਨ ਰਾਤ ਪ੍ਰਚਾਰ ਕਰਕੇ ਦੇਸ਼ਵਾਸੀਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਗਿਆ ਕਿ ਪਿੰਡਰਾਂ ਵਾਲੇ ਤੇ ਉਸਦੇ ਸਾਥੀਆਂ ਨੂੰ ਅਕਾਲ ਤਖਤ ਚੋਂ ਕੱਢਣ ਲਈ ਫੌਜੀ ਕਾਰਵਾਈ ਤੋਂ ਬਿਨਾਂ ਹੁਣ ਸਰਕਾਰ ਕੋਲ ਹੋਰ ਕੋਈ ਚਾਰਾ ਨਹੀਂ ਰਹਿ ਗਿਆ। On the day of the attack, I commanded a force of mixed groups. There were Hindus, there were Biharis, there were Rajputs, there were Madrasis, there were Garhwalis, there were Kumaunis, there were Sikhs. We were all mixed groups. I'm a Sikh myself. And we had to understand the reasons for which we were going in, as brought out by my predecessors on the mic. This was as a last resort, and we could not help but entering the Golden Temple complex so that the country was not held to ransom any longer. But it is still not clear why Bhindranwale chose to confront the might of the Indian army, which was superior both in weaponry and sheer numbers. The only plausible answer is that Bhindranwale was a religious zealot and thus chose to die an honorable death rather than face the ignominy of surrender. The Sikhs have a martial tradition, and to die in defense of the Golden Temple is the supreme sacrifice to be remembered in the annals of Sikh history. ਸਤਿਗੁਰੂ ਕਿਰਪਾ ਕਰਨ, ਇਹ ਤੁਹਾਡੇ ਕੋਲ ਇੱਕ ਮੰਗ ਮੇਰੀ ਹੈਗੀ ਆ, ਉਹ ਕੇਵਲ ਇੱਕੋ ਇੱਕ ਇਹ ਹੈ ਕਿ ਕਲਗੀਧਰ ਦੇ ਚਰਨਾਂ 'ਚ ਅਰਦਾਸ ਕਰੋ, ਜੋ ਪਿਤਾ ਜੀ ਨੇ ਅਕਾਲ ਪੁਰਖ ਤੋਂ ਮੰਗਿਆ ਹੈ ਉਹੀ ਮੰਗ ਦਾਸ ਦੀ ਹੈ। ਪਿਤਾ ਦੇ ਹੁਕਮ ਬਚਨਾਂ ਦੁਆਰਾ ਜਬ ਆਗ ਪਿਓਦ ਨਿਦਾਨ ਬਣੇ ਆਤੇ ਹੀ ਰਣ ਮੈਂ ਤਬ ਜੂਝ ਮਰੋ, ਮੰਜੇ ਤੇ ਪੈ ਕੇ ਜਾਂ ਸੋਫਾ ਸੈੱਟ ਤੇ ਪੈ ਕੇ ਜਾਨ ਨਿਕਲਣੀ ਨਹੀਂ ਮੰਗਦਾ। ਸਤਿਗੁਰੂ ਕਿਰਪਾ ਕਰਨ, ਧਰਮ ਵਾਸਤੇ, ਪੰਥ ਵਾਸਤੇ ਤੇ ਸਿੱਖੀ ਸ਼ਾਨ ਵਾਸਤੇ, ਧਾਰਮਿਕ ਸਥਾਨਾਂ ਵਾਸਤੇ ਜ਼ਿੰਦਗੀ ਤੇ ਲੱਗੇ। Bhindranwale had an example on that very day, which was being celebrated as the martyrdom day of Guru Arjan Dev. It is probably this religious outlook that forced his hand, as well as the fact that he had no other way out. So when the battle began, Bhindranwale was prepared. We knew that Blue Star was going to take place because, or something was going to take place because we'd heard Mrs. Gandhi's broadcast, and we went down to the Golden Temple and we saw it was surrounded by the army. But on the night before Blue Star actually started, a policeman who has sadly since died, a very nice policeman, came into the hotel and said, "You've all got to get into buses and go." So we objected to this, and he said, "You've got to go for your safety." So I argued with him. I said, "Look, if it's for our safety we've got to go,
we should go in the daytime because it's dark now and it'll be unsafe. Of course, why I was actually arguing that was because if we went in the daytime, we might hope to see something. So we did go eventually in the daytime, very early in the morning. We heard rather than saw anything because we were kept well away from the Golden Temple. And I suppose the most amazing sight which we did see actually was not in Amritsar, but was the fact that the Grand Trunk Road was absolutely empty. Not a bullock cart moved on it. And Punjab was in complete control of the army that day. Then we came back again, of course, for the first briefing given by General Sundarji, and I was deeply shocked, I must say, because by the damage which had been done to the Golden Temple, and particularly to the Akal Takht. And I remember going into the first floor of the Akal Takht and seeing the floor absolutely littered with empty cartridge cases. And I don't think any of us, until we actually got in there, even from the television pictures and things, had realized the extent of the damage done. दरबार साहब ते होए हमले तो कुछ दिन मगरों पहला ज्ञानी जैल सिंह ते फिर 2 को हफ्ते पिछों श्रीमती इंदिरा गांधी अमृतसर पुजे। उन्हां हरमंदर साहब विच मत्था टेकिया ते अकाल तख्त साहब ते होर इमारतां नूं होए नुकसान दा जायजा लिया। उन्हां ने तबाह होए अकाल तख्त दी मुरम्मत करवा के फौजी कार्रवाई उपर पर्दा पा देण दा फैसला कर लिया। उन्हां दा ख्याल सी कि जदों तक तबाह ते बर्बाद होया अकाल तख्त सिखां दियां अखां सामने रहेगा, ओ ये गल नहीं भुल सकणगे कि उन्हां दे इस पावन पवित्र स्थान नूं भारती फौजां ने ऑपरेशन ब्लू स्टार दे दौरान तबाह कीता सी। श्रीमती गांधी ने अकाल तख्त दी मुरम्मत दा कम निहंगां दे मुखी बाबा संता सिंह नूं सौंपिया। सिख भाईचारा ते खास करके खाड़कू नौजवान टठे होए अकाल तख्त साहब दी उसारी दा कम संगतां दे सहयोग नाल करना चाहुंदे सन। ਇਹ ਤਖਤ ਹੈ ਜਿਸ ਨੂੰ ਕਦੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਨੇ ਬਣਾਇਆ ਸੀ। ਇਹ ਉਹ ਤਖਤ ਹੈ ਜਿਸ ਨੂੰ ਕਦੇ ਬਾਅਦ ਵਿੱਚ ਪੰਜਾਂ ਪਿਆਰਿਆਂ ਦੀ ਸਰਪ੍ਰਸਤੀ ਹੇਠ ਬਣਾਇਆ ਗਿਆ ਸੀ। ਉਸ ਰਵਾਇਤ ਨੂੰ ਕਾਇਮ ਰੱਖਣਾ ਹੈ। ਕਿਸੇ ਇੱਕ ਮਨੁੱਖ ਨੂੰ ਕੋਈ ਹੱਕ ਨਹੀਂ ਆਪਣੀ ਮਰਜ਼ੀ ਨਾਲ ਤਖਤ ਬਣਾਉਂਦਾ ਫਿਰੇ। ਜਿਹੜਾ ਅਕਾਲ ਤਖਤ ਤੋਂ ਛੇਕਿਆ ਗਿਆ ਹੈ, ਪ੍ਰਵਾਨ ਹੀ ਨਹੀਂ ਕੌਮ ਨੇ ਕੀਤਾ, ਉਹਦਾ ਤਖਤ ਬਣਾਇਆ, ਕੌਮ ਕਿਵੇਂ ਪ੍ਰਵਾਨ ਕਰ ਲਏਗੀ? ਇਹ ਕਦੇ ਹੋ ਹੀ ਨਹੀਂ ਸਕਦਾ। ਨਿਹੰਗ ਸੰਤਾ ਸਿੰਘ ਦੁਆਰਾ ਮੁਰੰਮਤ ਕੀਤੇ ਗਏ ਅਕਾਲ ਤਖਤ ਨੂੰ ਸਿੱਖ ਜਗਤ ਨੇ ਪ੍ਰਵਾਨ ਨਾ ਕੀਤਾ ਤੇ ਉਹਨਾਂ ਨੇ ਅਕਾਲ ਤਖਤ ਦੀ ਉਸ ਇਮਾਰਤ ਨੂੰ ਢਾਹ ਕੇ ਆਪਣੇ ਖੂਨ ਪਸੀਨੇ ਤੇ ਮਿਹਨਤ ਨਾਲ ਨਵੇਂ ਅਕਾਲ ਤਖਤ ਦੀ ਸਿਰਜਣਾ ਦਾ ਕਾਰਜ ਸ਼ੁਰੂ ਕਰ ਦਿੱਤਾ। ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿੱਚੋਂ ਕਥਿਤ ਆਤੰਕਵਾਦੀ ਨੌਜਵਾਨਾਂ ਨੂੰ ਪਕੜਨ ਤੇ ਉਹਨਾਂ ਦੀ ਅਲਖ ਮੁਕਾ ਦੇਣ ਦਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਇਸ ਨੂੰ ਵੁੱਡ ਰੋਜ਼ ਆਪਰੇਸ਼ਨ ਦਾ ਨਾਂ ਦਿੱਤਾ ਗਿਆ। ਪੰਜਾਬ ਦੇ ਅਨੇਕਾਂ ਬੇਗੁਨਾਹ ਯੁਵਕ ਇਸ ਆਪਰੇਸ਼ਨ ਦੇ ਤਹਿਤ ਮਾਰ ਦਿੱਤੇ ਗਏ। ਸਰਕਾਰ ਦਾ ਕਹਿਣਾ ਸੀ ਕਿ ਉਹ ਦੇਸ਼ ਨੂੰ ਟੁਕੜੇ-ਟੁਕੜੇ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਰਕਾਰੀ ਮਸ਼ੀਨਰੀ ਦੇ ਹੱਥ ਮਜ਼ਬੂਤ ਕਰਨ ਲਈ ਵਿਧਾਨ ਵਿੱਚ ਤਰਮੀਮਾਂ ਕਰਕੇ ਇਹੋ ਜਿਹੇ ਕਾਨੂੰਨ ਪਾਸ ਕੀਤੇ ਗਏ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਕਾਲੇ ਕਾਨੂੰਨਾਂ ਦਾ ਨਾਮ ਦਿੱਤਾ। After Blue Star, another hideous mistake was made, and that was this so-called Operation Wood Rose, when people talked loosely about flushing out terrorists. And the end result was you didn't flush out terrorists, you created a whole lot more. And when you see every government is based on justice, social, economic and political, and if it fails to give justice, then it becomes counterproductive and then people take up the arms. ਘਟਨਾਵਾਂ ਦਾ ਕ੍ਰਮ ਬੜੀ ਤੇਜ਼ੀ ਨਾਲ ਬਦਲ ਰਿਹਾ ਸੀ। 31 ਅਕਤੂਬਰ 1984 ਨੂੰ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਉਹਨਾਂ ਦੇ ਇਸ ਕਤਲ ਵਿੱਚ ਉਹਨਾਂ ਦੇ ਹੀ 2 ਅੰਗ ਰਕਸ਼ਕ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ। ਬੇਅੰਤ ਸਿੰਘ ਨੂੰ ਤਾਂ ਘਟਨਾ ਸਥਲ ਤੇ ਹੀ ਕਿਸੇ ਹੋਰ ਅੰਗ ਰਕਸ਼ਕ ਨੇ ਗੋਲੀ ਮਾਰ ਕੇ ਮਾਰ ਦਿੱਤਾ, ਜਦਕਿ ਸਤਵੰਤ ਸਿੰਘ ਤੇ ਮੁਕੱਦਮਾ ਚਲਾ ਕੇ ਉਸ ਨੂੰ ਫਾਂਸੀ ਦੇ ਦਿੱਤੀ ਗਈ। ਜਦੋਂ ਇਸ ਘਟਨਾ ਬਾਰੇ ਬੇਅੰਤ ਸਿੰਘ ਦੀ ਪਤਨੀ ਬਿਮਲ ਖਾਲਸਾ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ, ਦਰਬਾਰ ਸਾਹਿਬ ਦੀ ਬੇਅਦਬੀ ਤੋਂ ਬਾਅਦ, ਅਟੈਕ ਹੋਣ ਤੋਂ ਬਾਅਦ ਹਰੇਕ ਸਿੱਖ ਦਾ ਹਿਰਦਾ ਜਿਹੜਾ ਸੀ ਦੁਖੀ ਸੀ। ਤੋਂ ਸ਼ਹੀਦ ਬੇਅੰਤ ਸਿੰਘ ਵੀ ਉਹਨਾਂ ਮਤਲਬ ਸਿੱਖਾਂ ਵਿੱਚੋਂ ਇੱਕ ਸੀ ਤੇ ਉਹਨਾਂ ਨੇ ਵੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਨਹੀਂ ਸਹਾਰਿਆ।
श्रीमती इंदिरा गांधी ਦਾ ਕਤਲ ਆਪਣੇ ਆਪ ਵਿੱਚ ਬੜੀ ਦੁਖਦਾਈ ਘਟਨਾ ਸੀ, ਪਰ ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਵਿੱਚ ਸਿੱਖ ਵਿਰੋਧੀ ਦੰਗੇ ਭੜਕ ਉੱਠੇ। ਇਨ੍ਹਾਂ ਦੰਗਿਆਂ ਵਿੱਚ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਜਾਂ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ। ਸੈਂਕੜੇ ਨੌਜਵਾਨ ਬੱਚੀਆਂ ਦੀ ਇੱਜ਼ਤ ਲੁੱਟ ਲਈ ਗਈ। ਸਰਕਾਰੀ ਅਨੁਮਾਨ ਅਨੁਸਾਰ ਕੇਵਲ ਦਿੱਲੀ ਵਿੱਚ ਹੀ 2,500 ਤੋਂ ਵੱਧ ਔਰਤਾਂ ਵਿਧਵਾ ਹੋ ਗਈਆਂ। ਇਨ੍ਹਾਂ ਦੰਗਿਆਂ ਦਾ ਬਹੁਤਾ ਪ੍ਰਕੋਪ ਦਿੱਲੀ ਤੋਂ ਇਲਾਵਾ ਕਾਨਪੁਰ, ਇੰਦੌਰ, ਬੁਖਾਰੋ ਤੇ ਭਾਰਤ ਦੇ ਹੋਰ ਕਈ ਸ਼ਹਿਰਾਂ ਵਿੱਚ ਬੜਾ ਭਿਆਨਕ ਸੀ। ਸਾਰੇ ਦੇਸ਼ ਵਿੱਚ ਸਿੱਖਾਂ ਦੀ ਅਰਬਾਂ ਰੁਪਏ ਦੀ ਸੰਪत्ति ਤਬਾਹ ਕਰ ਦਿੱਤੀ ਗਈ। ਕੇਵਲ ਦਿੱਲੀ ਵਿੱਚ ਹੀ ਸੈਂਕੜੇ ਗੁਰਦੁਆਰਿਆਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ ਤੇ ਹਜ਼ਾਰਾਂ ਪਾਵਨ ਪਵਿੱਤਰ ਬੀੜਾਂ ਜਲਾ ਕੇ ਰਾਖ ਕਰ ਦਿੱਤੀਆਂ ਗਈਆਂ। ਦੰਗਾ ਕਰਨ ਵਾਲੇ ਇਹ ਭੁੱਲ ਗਏ ਸਨ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਗ੍ਰੰਥ ਸਮਝ ਕੇ ਸਾੜਿਆ ਜਾ ਰਿਹਾ ਹੈ, ਉਸ ਵਿੱਚ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਰਾਮਾਨੰਦ ਅਤੇ ਬਾਬਾ ਫਰੀਦ ਦੀ ਵੀ ਬਾਣੀ ਦਰਜ ਹੈ, ਜਿਸ ਨੂੰ ਲੱਖਾਂ ਸਿੱਖ ਹਰ ਰੋਜ਼ ਮੱਥਾ ਟੇਕਦੇ ਤੇ ਸਤਿਕਾਰ ਦਿੰਦੇ ਹਨ। ਗੈਰ ਸਰਕਾਰੀ ਅਨੁਮਾਨ ਅਨੁਸਾਰ ਇਨ੍ਹਾਂ ਦੰਗਿਆਂ ਵਿੱਚ 20,000 ਦੇ ਕਰੀਬ ਸਿੱਖ ਮਾਰੇ ਗਏ ਸਨ। ਮੇਰੇ ਪੋਤਰਿਆਂ ਨੂੰ, ਮੇਰੇ ਵਿਚਾਰਿਆਂ ਨੂੰ ਇਸ ਤਰ੍ਹਾਂ ਸ਼ਹੀਦ ਕੀਤੇ ਗਏ, ਇਹ ਅਸੀਂ ਉਹਨਾਂ ਦੀ ਕੋਈ ਗੱਲ ਕਰ ਨਹੀਂ ਸਕਦੇ ਵੀ। ਵਿਚਾਰਿਆਂ ਨੂੰ ਐਸੇ ਉਹਨਾਂ ਨੂੰ ਨਾਲੇ ਦੇ ਵਿੱਚ ਡੋਬ ਕੇ ਸੀਏ ਦੇ ਕੇ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। मेरी कुड़ी का सिर फाड़ देता, फिर लड़की कहने लगी मेरा भाई बचा ले, छोड़ दे, मैनू मार दे, मेरा भाई छड़ दो, मेरी माँ का सहारा बन जाएगा। कोई बंगी थे, मुसलमान थे, इस्लाम था, उद्दल था, गुप्ता था, हाँ सारे थे, सारे इस इलाके के थे। बस जब भाज गए ना तो डप्पा थे, बल्लम उसको ऐसे घोप देते थे, तो वो कहते हाय रे मैं मर गया रे, फिर वो हाथ ऊपर करते तो उसको लाठी मार के सिर पे जिंदे को आग लगा गए, मेरे मुंडे को जिन्ने को आग लगा जैसे मेरी गोदी में से खिंच के 3 साल के बच्चे मार दिए, 3 साल के 2 में 3 साल के बच्चे हो गए उसके दिल पे। शिकल देख कैसी हो रही मेरी मुंडी, ऐसे जला दी, आग में से काट के मार के पहले यहाँ से गर्दन काट के आग में जला दी। 1000-2000 ਬੰਦਿਆਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ। ਹਮਲਾ ਕਰਤਾ, ਅਸੀਂ ਗੁਰਦੁਆਰਾ ਬਚਾਉਣ ਵਾਸਤੇ ਆਏ ਤੇ ਬੰਦੇ ਦੌੜ ਜਾਂਦੇ, ਫਿਰ ਅਸੀਂ ਛਡਾ ਨਸਾ ਕੇ ਭਜਾ ਕੇ ਆ ਜਾਂਦੇ, ਫਿਰ ਵਾਪਸ ਆ ਜਾਂਦੇ। ਇੰਨੀ ਚਿਰ 2-3 ਘੰਟੇ ਅਸੀਂ ਇਸ ਤਰ੍ਹਾਂ ਹੀ ਕੀਤਾ। ਉਸ ਤੋਂ ਬਾਅਦ ਜੀ ਸਾਹਿਬ ਪੁਲਿਸ ਆ ਗਈ, ਉਹਨਾਂ ਨੇ ਕਿਹਾ ਜੀ ਤੁਸੀਂ ਆਪਣੇ ਆਪਣੇ ਘਰਾਂ ਵਿੱਚ ਚਲੇ ਜਾਓ, ਅਸੀਂ ਤੁਹਾਡੀ ਸ਼ਾਂਤੀ ਕਰਾ ਦਿਆਂਗੇ। ਅਸੀਂ ਸ਼ਾਂਤੀ ਵਾਸਤੇ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ ਜੀ। ਉਸ ਤੋਂ ਬਾਅਦ ਕੀ ਹੋਇਆ ਜੀ, ਸ਼ਾਂਤੀ ਤੇ ਹੋਈ ਨਹੀਂ, ਬੰਦੇ ਫਿਰ ਆਪਣੇ ਆਪਣੇ ਘਰ ਚਲੇ ਗਏ। ਇੱਕ 2-2 ਬੰਦੇ ਸੀ, ਉਦੋਂ ਫਿਰ ਬੰਦੇ 1-200, 300, ਇੱਕ ਬੰਦੇ ਦੇ ਘਰ ਤੇ ਚੜ ਗਿਆ, ਪੱਥਰਾਂ ਨਾਲ ਮਾਰਿਆ, ਮਿੱਟੀ ਦਾ ਤੇਲ ਸਾੜਿਆ, ਉੱਤੇ ਅੱਗ ਲਾ ਕੇ ਬੰਦੇ ਨੂੰ ਮਾਰ ਕੇ ਸੱਟ ਗਏ। ਅੱਧਾ ਮਰਿਆ, ਅੱਧਾ ਨਹੀਂ ਮਰਿਆ, ਪਿਆ ਰਿਹਾ ਜੀ। ਫਿਰ ਇਹ ਗੁਰਦੁਆਰਾ ਸਾਰਾ ਤੋੜ ਦਿੱਤਾ ਪੂਰਾ। ਬਾਬਾ ਸਾਹਿਬ ਦੀ ਪੂਰੀ ਬੇਟ ਦੀ ਬੇਇੱਜ਼ਤੀ ਕੀਤੀ। ਸਾਰੀ ਕਲੋਨੀ ਦੇ ਬੰਦੇ ਘੱਟੋ ਨਾ 200-300 ਬੰਦਾ ਸਾਡਾ ਇੱਧਰ ਦਾ ਮਰਿਆ। ਤੁਹਾਡੀ ਲਾਸ਼ਾਂ ਦਾ ਕੀ ਆ? ਲਾਸ਼ਾਂ ਦਾ ਜੀ ਪੁਲਿਸ ਲੈ ਗਈ, ਪਤਾ ਨਹੀਂ ਕਿੱਥੇ ਸਿੱਟੀਆਂ, ਕੋਈ ਪਤਾ ਨਹੀਂ। ਜਿਹੜੇ ਇੱਥੇ ਸੀ 50-100 ਬੰਦੇ ਤੇ ਇੱਥੇ ਸੜ ਗਏ, ਇੱਥੇ ਹੀ ਮਰ ਗਏ, ਇੱਥੇ ਹੀ ਪੈ ਰਹੇ। ਉਹਨਾਂ ਨੂੰ ਕੁੱਤੇ ਬਿੱਲੇ ਖਾ ਗਏ ਵਿਚਾਰਿਆਂ ਨੂੰ, ਕੋਈ ਪਤਾ ਨਹੀਂ। ਦੇਸ਼ ਵਿੱਚ ਸਿੱਖ ਭਾਈਚਾਰੇ ਉੱਪਰ ਇੰਨਾ ਵੱਡਾ ਕਹਿਰ ਟੁੱਟਿਆ, ਪਰ ਦੇਸ਼ ਦਾ ਹੁਕਮਰਾਨ ਇਹ ਕਹਿ ਕੇ ਸਪਸ਼ਟੀਕਰਨ ਦੇ ਰਿਹਾ ਸੀ ਕਿ ਜਦੋਂ ਵੱਡਾ ਦਰਖਤ ਗਿਰਦਾ ਹੈ ਤਾਂ ਧਰਤੀ ਹਿਲਦੀ ਹੀ ਹੈ। ਦੇਸ਼ ਦਾ ਆਮ ਸਿੱਖ ਇਹ ਸੋਚ ਰਿਹਾ ਸੀ ਕਿ ਕੀ ਇਹ ਧਰਤੀ ਸਿਰਫ ਸਿੱਖਾਂ ਵਾਸਤੇ ਹੀ ਹਿਲਣੀ ਸੀ। ये तो हम तो खुलेआम कहते हैं कि जिस देश का प्रधानमंत्री इतने लोगों की हत्या हो और उसके बाद कहे कि साहब बड़ा कोई पेड़ गिरता है तो पत्ता झड़ता ही है, तो ये कोई मतलब है कि कोई सद्भावना के दृष्टिकोण से अच्छा नहीं है। It was very sad that Indira Gandhi was assassinated. Very sad. But what followed later was sadder still. Much more sadder than. And explanations like a huge tree falling and hence there would be a small shudder around, I think they don't serve much purpose. They do not. And this thing is very, very difficult to erase from the mind. You know, I mean, any society in which the police, the administration, the Prime Minister can justify the killing of 5,000 innocent people, some of them children, do you know, I mean, because this was not terrorist killings, this was killings by the state. It was pogroms. And, you know, I mean, that
that's what we're paying for now, because you've totally alienated an entire community. ਇਨ੍ਹਾਂ ਸਿੱਖ ਵਿਰੋਧੀ ਦੰਗਿਆਂ ਵਿੱਚ ਬਹੁਤ ਸਾਰੇ ਹਿੰਦੂ ਪਰਿਵਾਰਾਂ ਨੇ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਅਨੇਕ ਸਿੱਖ ਪਰਿਵਾਰਾਂ ਦੀ ਜਾਨ ਬਚਾਈ। मेरे पड़ोस में जो हैं बहुत अच्छे लोग हैं, इसकी वजह से मैं आज जिंदा हूँ। मेरा माल भी सुरक्षित है, मेरे मकान भी सुरक्षित हैं। ये मेरे पड़ोसी हैं बच्चे, इन्होंने मेरी बहुत रक्षा की है। मुझे बिल्कुल कोई तंगी नहीं हुई, ना यहाँ ना वहाँ। ਜਿੱਥੇ ਸਿੱਖ ਵਿਰੋਧੀ ਦੰਗਿਆਂ ਨੇ ਦੇਸ਼ ਵਿੱਚ ਆਤੰਕਵਾਦੀ ਸਮੱਸਿਆਵਾਂ ਨੂੰ ਹੋਰ ਗੰਭੀਰ ਬਣਾ ਦਿੱਤਾ, ਉੱਥੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਖੁੱਲਮ ਖੁੱਲਾ ਖਾਲਿਸਤਾਨ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਔਰ ਜਿੰਨਾ ਚਿਰ ਤਾਈਂ ਅਸੀਂ ਇਹ ਸਾਰੇ ਹਿੰਦੁਸਤਾਨ ਦੇ ਵਿੱਚੋਂ ਇਹ ਜਿਹੜਾ ਜੇ ਅਸੀਂ ਸਿੱਖ ਕਲਚਰ ਨੂੰ ਬਚਾਉਣਾ, ਸਿੱਖ ਨੇਸ਼ਨ ਨੂੰ ਬਚਾਉਣਾ, ਅਸੀਂ ਨੇਸ਼ਨਹੁੱਡ ਦੀ ਵੱਡੀ ਗੱਲ ਆ, ਉਹ ਤਾਂ ਹੀ ਸੁਰੱਖਿਅਤ ਹੋ ਸਕਦੀ ਆ। ਉਹ ਕੌਮਾਂ ਜਾਣੀਆਂ ਜਾਂਦੀਆਂ ਨੇ ਜਿਨ੍ਹਾਂ ਕੌਮਾਂ ਦੇ ਆਪਣੇ ਮੁਲਕ ਹੁੰਦੇ ਨੇ। ਉਹ ਪੁਰਾਣਾ ਇੱਕ ਅੰਗਰੇਜ਼ੀ ਦਾ ਮੁਹਾਵਰਾ, ਓਨਲੀ ਦੋਜ਼ ਨੇਸ਼ਨਸ ਆਰ ਨੋਨ ਵਿਚ ਹੈਵ ਦੀ ਸਟੇਟਸ ਔਰ ਵਿਚ ਕ੍ਰੀਏਟ ਦੀ ਸਟੇਟਸ। ਇਹਨਾਂ ਹਾਲਾਤ ਦੇ ਵਿੱਚ ਖਾਲਿਸਤਾਨ ਦਾ ਜਿਹੜਾ ਬਣਨਾ ਉਹ ਇੱਕ ਖਾਲਸਾ ਨੇਸ਼ਨ ਨੂੰ, ਨੇਸ਼ਨਹੁੱਡ ਨੂੰ ਕਾਇਮ ਰੱਖਣ ਵਾਸਤੇ ਬਹੁਤ ਜ਼ਰੂਰੀ ਸੀ। ਇਹੀ ਆਵਾਜ਼ ਦੇਸ਼ ਦੇ ਕਈ ਨੌਜਵਾਨ ਵੀ ਉਠਾਉਣ ਲੱਗ ਪਏ। ਰਾਜ ਜਿਹੜੀ ਸ਼ਕਤੀ ਆ ਉਹ ਤੋਂ ਬਗੈਰ ਕੋਈ ਕੌਮ ਦੀ, ਕਿਸੇ ਕੌਮ ਦੀ ਹੋਂਦ ਸੁਰੱਖਿਅਤ ਰਹਿ ਨਹੀਂ ਸਕਦੀ। ਹਿੰਦੁਸਤਾਨ ਦੇ ਬਣਨ ਤੇ ਕਿਸੇ ਨੂੰ ਇਤਰਾਜ਼ ਨਹੀਂ, ਪਾਕਿਸਤਾਨ ਦੇ ਕਿਸੇ ਬਣਨ ਤੇ ਕਿਸੇ ਨੂੰ ਇਤਰਾਜ਼ ਨਹੀਂ। ਜੇ ਖਾਲਿਸਤਾਨ ਹੋਂਦ ਜਾਏਗਾ ਤੇ ਰਾਜ ਵਾਲੀ ਕਿਹੜੀ ਗੱਲ ਆ? ਬਾਕੀ ਕੌਮਾਂ ਦੇ ਰਾਜ ਨੇ। I think it's an exaggeration to say that one group demands Khalistan. I would go far and say practically no Sikh demands Khalistan. This is a very small lunatic fringe which demands Khalistan. यानी हुन in nutshell जे मैं argument करा ते मैं ये चाहना कि खालिस्तान दी मूवमेंट गलत है। खालिस्तान दी मूवमेंट लोगों वास्ते भले वास्ते नहीं है, पर उन्होंने तुसी इंज नहीं दबा सकते। इंज दबाओगे तो कोई ना कोई गलत नतीजे निकलेंगे।